ਜਿਹੜਾ ਕੋਵਿਡ-19 ਦੀ ਖਿਲਾਫ ਜਿਹੜੀ ਜੰਗ ਹੈਗੀ ਆ ਉਹਦੇ 4th ਫੇਜ਼ ਦੇ ਵਿੱਚ ਐਂਟਰ ਕੀਤੇ ਆ ਅੱਜ। ਤੇ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਵੀ ਗਾਈਡਲਾਈਨਸ ਦਿੱਤੀਆਂ ਹੈਗੀਆਂ ਜੀ, ਔਰ ਪੰਜਾਬ ਸਰਕਾਰ ਨੇ ਵੀ ਕੌਨਸੀਕੁਐਂਟਲੀ ਰਾਤ ਗਾਈਡਲਾਈਨਸ ਇਸ਼ੂ ਕੀਤੀਆਂ ਸੀਗੀਆਂ, ਔਰ ਉਸ ਦੇ ਮੱਦੇਨਜ਼ਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਆਰਡਰਸ ਜਾਰੀ ਕੀਤੇ ਗਏ ਆ, ਜਿੱਥੇ ਫਾਰਮਲੀ ਜਿਹੜਾ ਕਰਫਿਊ ਸੀਗਾ ਉਹ ਵਿਡਰਾ ਕਰ ਲਿਆ ਗਿਆ ਹੈਗਾ, ਲੇਕਿਨ ਲੋਕਡਾਊਨ ਜਿਹੜਾ ਹੈਗਾ ਉਹ ਰਹੇਗਾ। ਪਹਿਲੀ ਗੱਲ ਤੇ ਮੈਂ ਇਸ ਗੱਲ ਦੀ ਵੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਕਰਫਿਊ ਦੇ ਸਮੇਂ ਦੇ ਵਿੱਚੋਂ ਸਾਰੇ ਅੰਮ੍ਰਿਤਸਰ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ, ਬਹੁਤ ਕੋਆਪਰੇਸ਼ਨ ਦਿੱਤੀ, ਔਰ ਜਿਹਦੇ ਨਾਲ ਕਿ ਇਹ ਸਮਾਂ ਜਿਹੜਾ ਹੈਗਾ ਬਹੁਤ ਬਾਖੂਬੀ ਅੰਮ੍ਰਿਤਸਰ ਜਿਹੜਾ ਉਸ ਦੇ ਵਿੱਚੋਂ ਸੁਰਖਰੂ ਹੋ ਕੇ ਨਿਕਲਿਆ। ਸਾਡੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਵੱਧ ਕੇਸਿਸ ਸੀਗੇ ਅੰਮ੍ਰਿਤਸਰ ਦੇ, ਔਰ ਜ਼ਿਆਦਾ ਮੈਜੋਰਿਟੀ ਉਹਨਾਂ ਦੇ ਵਿੱਚ ਬਾਹਰੋਂ ਜਿਹੜੇ ਕੇਸਿਸ ਆਏ ਸੀ ਉਹ ਸੀਗੇ, ਲੇਕਿਨ ਉਹਨਾਂ 'ਚੋਂ ਸਾਰੇ ਦੇ ਸਾਰੇ ਤਕਰੀਬਨ ਜਿਹੜੇ ਆ ਠੀਕ ਹੋ ਕੇ ਘਰੇ ਚਲੇ ਗਏ ਆਪਣੇ। ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਸਾਰਿਆਂ ਨੂੰ, ਔਰ ਇਸ ਕਰਕੇ ਹੀ ਹੈ ਕਿ ਹਾਲੇ ਵੀ ਅੰਮ੍ਰਿਤਸਰ ਜਿਹੜਾ ਹੈਗਾ ਰੈੱਡ ਜ਼ੋਨ ਦੇ ਵਿੱਚ ਜਾਣੋਂ ਬਚਿਆ ਹੋਇਆ ਹੈਗਾ, ਜਦ ਕਿ ਜਿਹੜੇ ਕਈ ਜ਼ਿਲ੍ਹੇ ਹੈਗੇ ਜਿਨ੍ਹਾਂ 'ਚ ਕਿ ਇੱਦੋਂ ਬਹੁਤ ਘੱਟ ਨੰਬਰ ਹੈਗੇ ਆ, ਲੇਕਿਨ ਉਹ ਰੈੱਡ ਜ਼ੋਨ ਦੇ ਵਿੱਚ ਹੈਗੇ ਆ। ਸੋ ਰੈੱਡ ਜ਼ੋਨ ਦੇ ਵਿੱਚ ਨਾ ਜਾਣ ਕਰਕੇ ਕੁਛ ਹਦਾਇਤਾਂ ਜਿਹੜੇ ਆਪਾਂ ਅੰਮ੍ਰਿਤਸਰ ਦੇ ਵਿੱਚ ਦੇ ਸਕੇ ਹੈਗੇ ਆ, ਉਹ ਮੈਂ ਕੁਛ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਜਿੱਥੇ ਮੈਂ ਹਦਾਇਤਾਂ ਦੀ ਗੱਲ ਕਰਾਂਗਾ ਉੱਥੇ ਮੈਂ ਪਹਿਲਾਂ ਇਹ ਵੀ ਗੱਲ ਕਰਾਂਗਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਹਾਲੇ ਵੀ ਜਿਹੜੀਆਂ ਪ੍ਰੋਹਿਬਿਟਡ ਹੈਗੀਆਂ, ਜਿਹੜੀਆਂ ਕਿ ਨਹੀਂ ਹੋ ਸਕਦੀਆਂ, ਤਾਂ ਕਿ ਇਹ ਕਾਈਂਡਲੀ ਪਲੀਜ਼ ਨੋਟ ਕਰ ਲਿਆ ਜਾਵੇ ਜੀ। ਜਿਸ ਤਰ੍ਹਾਂ ਕਿ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ, ਸਕੂਲਸ, ਕਾਲਜਿਸ, ਯੂਨੀਵਰਸਿਟੀਜ਼, ਇੰਸਟੀਚਿਊਟਸ, ਉਹਨਾਂ ਦੇ ਵਿੱਚ ਹਾਲੇ ਕਲਾਸਿਸ ਲਗਾਉਣ ਦੀ ਆਗਿਆ ਨਹੀਂ ਹੈਗੀ ਆ, ਲੇਕਿਨ ਉਹ ਆਪਣੇ ਆਫਿਸਿਸ ਖੋਲ੍ਹ ਕੇ ਉੱਥੇ ਦਫ਼ਤਰੀ ਕੰਮਕਾਰ ਕਰ ਸਕਦੇ ਆ, ਕੋਈ ਬੁੱਕਸ ਡਿਸਟਰੀਬਿਊਟ ਕਰਨੀਆਂ ਉਹ ਕਰ ਸਕਦੇ ਹੈਗੇ ਆ, ਜੇ ਕੋਈ ਆਨਲਾਈਨ ਟੀਚਿੰਗ ਦੀ ਉੱਥੇ ਤਿਆਰੀ ਕਰਨੀ ਹੈ ਉਹ ਵੀ ਕਰ ਸਕਦੇ ਆ, ਔਰ ਆਨਲਾਈਨ ਟੀਚਿੰਗ ਹੈ ਜਿਹੜੀ ਉਹ ਅਲਾਊਡ ਹੈ, ਔਰ ਰਾਦਰ ਉਹਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈਗਾ। ਇਹ ਇੱਕ ਜਿਹੜਾ ਮੈਸੇਜ ਹੈਗਾ ਜੀ ਬੜਾ ਕਲੀਅਰ। ਇਸ ਤੋਂ ਇਲਾਵਾ ਜਿਹੜੇ ਸਾਡੇ ਰੈਸਟੋਰੈਂਟਸ ਹੈਗੇ ਆ ਜੀ, ਉਹਦੇ ਵਿੱਚ ਇਨ ਡਾਈਨਿੰਗ ਨਹੀਂ ਅਲਾਊਡ ਹੈ। ਹਾਂ, ਉਹ ਆਪਣੇ ਕਿਚਨਸ ਖੋਲ੍ਹ ਕੇ ਹੋਮ ਡਿਲੀਵਰੀ ਜਿਹੜੀ ਹੈਗੀ ਆ ਫੂਡ ਦੀ ਉਹ ਕਰ ਸਕਦੇ ਹੈਗੇ ਆ ਜੀ। ਇਹਦੇ ਨਾਲ ਹੀ ਜਿਹੜੇ ਸਾਡੇ ਸਿਨੇਮਾ ਹਾਲਸ, ਸ਼ਾਪਿੰਗ ਮਾਲਸ, ਜਿਮਨੇਜ਼ੀਅਮਸ, ਸਵਿਮਿੰਗ ਪੂਲਸ, ਸਪਾਜ਼, ਐਂਟਰਟੇਨਮੈਂਟ ਪਾਰਕਸ, ਥੀਏਟਰਸ, ਜਿਹੜੇ ਆਡੀਟੋਰੀਅਮਸ ਹੈਗੇ ਆ, ਇਹ ਅਲਾਊਡ ਨਹੀਂ ਹੈਗੇ ਆ ਜੀ ਖੋਲ੍ਹਣੇ, ਇਹ ਹਾਲੇ ਬੰਦ ਰਹਿਣਗੇ ਜੀ। ਕੋਈ ਵੀ ਜਿਹੜੀਆਂ ਲਾਰਜ ਗੈਦਰਿੰਗਸ ਹੈ, ਭਾਵੇਂ ਸਮਾਜਿਕ ਹੈ ਜੀ, ਭਾਵੇਂ ਪੋਲੀਟੀਕਲ ਹੈ ਜੀ, ਭਾਵੇਂ ਧਾਰਮਿਕ ਹੈ ਜੀ, ਕਿਸੇ ਕਿਸਮ ਦੀਆਂ ਵੀ ਉਹ ਨਹੀਂ ਅਲਾਊਡ ਹੈਗੀਆਂ ਜੀ। ਜਿੱਥੇ ਤੱਕ ਮੂਵਮੈਂਟ ਦਾ ਸਵਾਲ ਹੈਗਾ ਜੀ ਲੋਕਾਂ ਦੀ ਦਾ, ਸੋ ਇਹਦੇ ਵਿੱਚ ਹੁਣ ਜਿਹੜਾ ਦਿਨ ਦਾ ਕਰਫਿਊ ਖਤਮ ਹੋ ਗਿਆ ਹੈਗਾ, ਲੇਕਿਨ ਰਾਤ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਨਾਈਟ ਕਰਫਿਊ ਰਹੇਗਾ। ਉਸ ਵੇਲੇ ਬਗੈਰ ਇਜਾਜ਼ਤ ਦੇ ਬਾਹਰ ਨਿਕਲਣਾ ਬਿਲਕੁਲ ਅਲਾਊਡ ਨਹੀਂ ਹੋਏਗਾ। ਉਹ ਪਰਮਿਸ਼ਨ ਨਾਲ ਹੀ ਜੇ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਬੰਦਾ ਜਾ ਸਕਦਾ, ਨਹੀਂ ਤਾਂ ਕੋਸ਼ਿਸ਼ ਇਹ ਕਰੀਏ ਕਿ ਅਵੋਇਡ ਕਰੀਏ ਜਾਣਾ ਅਤੇ ਘਰੋਂ ਕਰੀ ਰਹੀਏ ਜੀ। ਦਿਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਜੇ ਤੁਸੀਂ ਆਪਣੇ ਦਫ਼ਤਰ ਜਾਂ ਕਿਸੇ ਕਾਰੋਬਾਰ ਲਈ ਜਾਣਾ ਹੈਗਾ ਜਾਂ ਈਵਨ ਬਾਜ਼ਾਰ ਦੇ ਵਿੱਚ ਜਾਣਾ ਹੈਗਾ, ਉਹਦੇ ਲਈ ਤੁਹਾਨੂੰ ਪਾਸ ਦੀ ਜ਼ਰੂਰਤ ਨਹੀਂ ਹੋਏਗੀ, ਬਗੈਰ ਪਾਸ ਦੇ ਤੁਸੀਂ ਜਾ ਸਕਦੇ ਹੋ ਜੀ। ਇਹਦੇ ਵਿੱਚ ਜੀ ਜਿਹੜਾ ਹੈਗਾ ਮਤਲਬ ਇਹ 7 ਤੋਂ 7 ਦਾ ਹੈਗਾ ਜੀ ਦਿਨੇ। ਇਹਦੇ ਵਿੱਚ ਆਫਿਸਿਸ ਜਿਹੜੇ ਹੈਗੇ ਆ ਜੀ ਉਹ ਸਾਰੇ ਖੁੱਲ੍ਹ ਸਕਦੇ ਹੈਗੇ ਆ, ਔਰ ਲੇਕਿਨ 50% ਸਟਰੈਂਥ ਦੇ ਉੱਤੇ, ਲੇਕਿਨ ਇਹ ਜਿਹੜੀ ਸ਼ਰਤ ਹੈਗੀ ਆ ਉਹੋ ਜਿਹੇ ਦਫ਼ਤਰਾਂ 'ਤੇ ਨਹੀਂ ਲੱਗੇਗੀ ਜਿਹੜੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਆ, ਮਿਊਨਸੀਪਲ ਕਾਰਪੋਰੇਸ਼ਨ ਦੇ ਆ, ਜਿਹੜੇ ਲੋਕ ਐਮਰਜੈਂਸੀ ਸਰਵਿਸਿਜ਼ ਨਾਲ ਡੀਲ ਕਰਦੇ ਆ ਜਾਂ ਕੋਵਿਡ-19 ਦੀ ਜਿਹੜੀ ਫਾਈਟ ਆ ਉਹਦੇ ਵਿੱਚ ਡਾਇਰੈਕਟਲੀ ਇਨਵੋਲਵਡ ਆ, ਉਹਨਾਂ 'ਤੇ ਇਹ ਸ਼ਰਤ ਨਹੀਂ ਲਾਗੂ ਹੋਏਗੀ ਜੀ। ਇੱਕ ਜਿਹੜੀ ਖਾਸ ਪ੍ਰੋਵੀਜ਼ਨ ਹੈਗੀ ਹੈ ਜੀ, ਜਿਹੜੀ ਹਦਾਇਤ ਹੈ ਉਹ ਹੈ ਕਿ ਜਿਹੜੇ ਸਾਡੇ ਵਲਨਰੇਬਲ ਸੈਕਸ਼ਨਸ ਹੈਗੇ ਆ, ਜਿਹੜੇ ਕਿ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ, ਇੱਕ ਤਾਂ ਜਿਹੜੇ ਲੋਕ 65 ਸਾਲ ਦੀ ਉਮਰ ਤੋਂ ਵੱਧ ਦੇ ਹਨ, ਜਾਂ ਜਿਹੜੇ ਬੱਚੇ ਹੈਗੇ ਆ 10 ਸਾਲ ਤੋਂ ਛੋਟੀ ਉਮਰ ਦੇ, ਜਾਂ ਪ੍ਰੈਗਨੈਂਟ ਲੇਡੀਜ਼ ਹੈ, ਇਹਨਾਂ ਨੂੰ ਜੀ ਘਰੋਂ ਘਰੀ ਰਹਿਣ ਦੀ ਬੇਨਤੀ ਵੀ ਹੈ, ਅਤੇ ਇਹ ਆਰਡਰ ਵੀ ਇਹੀ ਕਹਿੰਦਾ ਹੈ ਕਿ ਇਹ ਬਿਲਕੁਲ ਬਾਹਰ ਨਾ ਨਿਕਲਣ ਅਨਲੈਸ ਕੋਈ ਐਮਰਜੈਂਸੀ ਹੋਵੇ ਜਾਂ ਮੈਡੀਕਲ ਰੀਜ਼ਨਸ ਹੋਣ, ਕਿਤੇ ਡਾਕਟਰ ਕੋਲ ਜਾਣਾ, ਹੋਰ ਜਾਣਾ, ਉਹ ਦੂਸਰੀ ਗੱਲ ਹੈ। ਅਦਰਵਾਈਜ਼ ਬਾਹਰ ਇਹਨਾਂ ਨੂੰ ਨਾ ਕੱਢਿਆ ਜਾਵੇ, ਇਹਨਾਂ ਨੂੰ ਸਾਂਭ ਕੇ ਰੱਖਿਆ ਜਾਵੇ ਜੀ ਘਰੇ ਜੀ, ਔਰ ਇਹਨਾਂ ਦੀ ਖਿਆਲ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਹੈ। ਜੇ ਘਰੇ ਕੋਈ ਬਜ਼ੁਰਗ ਹੈਗੇ ਆ, ਬੱਚੇ ਹੈਗੇ ਆ, ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੀ।
ਇਸ ਤੋਂ ਇਲਾਵਾ ਜੀ ਇਹ ਵੀ ਹੈਗਾ ਜੀ ਕਿ ਜਿਹੜੇ ਵਹੀਕਲਸ ਦੀ ਗੱਲ ਹੈਗੀ ਆ, ਸੋ ਵਹੀਕਲਸ ਜਿਹੜੀਆਂ ਦਿਨੇ ਹੈਗੀਆਂ ਉਹ ਅਲਾਉ ਹੋਣਗੀਆਂ, ਲੇਕਿਨ ਇਹਦੇ ਉੱਤੇ ਕੁਝ ਕੰਡੀਸ਼ਨਸ ਹੈਗੀਆਂ। ਜਿਸ ਤਰ੍ਹਾਂ ਭਾਵੇਂ 4 ਵੀਲਰ ਹੈਗੇ ਆ, 3 ਵੀਲਰ ਹੈਗੇ ਆ, ਤਾਂ ਉਹਦੇ ਵਿੱਚ ਇੱਕ ਡਰਾਈਵਰ ਤੋਂ ਪਲੱਸ 2 ਪੈਸੇਂਜਰਸ ਇਹ ਜਾ ਸਕਣਗੇ। ਜ਼ਿਆਦਾ ਇਸ ਤੋਂ ਜ਼ਿਆਦਾ ਕਰਾਊਡਿੰਗ, ਓਵਰ ਕਰਾਊਡਿੰਗ ਨਾ ਕੀਤੀ ਜਾਵੇ ਜੀ। 2 ਵੀਲਰਸ ਦੇ ਉੱਤੇ ਖੁਦ ਆਪ ਜਿਹੜਾ ਚਲਾ ਰਿਹਾ ਜੀ ਉਹ ਹੋਣ ਜੀ। ਕੋਈ ਕਾਰ ਪੂਲਿੰਗ ਦੀ ਜਾਂ ਟੈਕਸੀ ਸ਼ੇਅਰਿੰਗ ਦੀ ਇਹ ਆਗਿਆ ਨਹੀਂ ਹੋਏਗੀ ਜੀ। ਆਪਣੀ ਸਿਰਫ ਗੱਡੀ ਦੇ ਵਿੱਚ ਜਾਵੇ ਬੰਦਾ, ਜਾਂ ਜੇ ਟੈਕਸੀ ਕੀਤੀ ਹੈ ਤਾਂ ਸਾਲਮ ਕੀਤੀ ਹੈ, ਸ਼ੇਅਰਿੰਗ ਨਹੀਂ ਹੋਏਗੀ ਜੀ। ਇਸ ਤੋਂ ਇਲਾਵਾ ਜੀ ਜਿਹੜੀ ਦੁਕਾਨਾਂ ਦੀ ਗੱਲ ਹੈ, ਸ਼ਾਪਿੰਗ ਮਾਲਸ ਹਾਲੇ ਬੰਦ ਰਹਿਣਗੇ। ਬਾਕੀ ਸਾਰੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਖੋਲ੍ਹਣ ਦੀ ਆਗਿਆ ਹੋਏਗੀ ਜੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ। ਲੇਕਿਨ ਕਿਉਂਕਿ ਅਸੀਂ ਇਹ ਦੇਖਿਆ ਕਿ ਪਿੱਛੇ ਇੱਕਦਮ ਖੋਲ੍ਹਣ ਨਾਲ ਕਾਫੀ ਰਸ਼ ਹੋ ਰਿਹਾ ਜਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਹੋ ਰਹੀ ਜਾਂ ਕਿਤੇ ਕਰਾਊਡਿੰਗ ਹੋ ਰਹੀ ਹੈ, ਤਾਂ ਇਸ ਨੂੰ ਮੱਦੇ ਨਜ਼ਰ ਰੱਖਦੇ ਹੋ ਜਿਸ ਤਰ੍ਹਾਂ ਇਸ ਵੇਲੇ ਚੱਲ ਰਿਹਾ ਹੈਗਾ, ਇਲਾਕੇ ਦੇ SDM ਸਾਹਿਬ ਜਾਂ DCP ਸਾਹਿਬ ਇਹ ਫੈਸਲਾ ਦੇਖ ਕੇ ਬਾਜ਼ਾਰ ਤੋਂ ਬਾਜ਼ਾਰ ਦੇਖ ਕੇ ਲੈਣਗੇ ਕਿ ਕਿਹੜੀਆਂ ਦੁਕਾਨਾਂ ਕਿਸ ਦਿਨ ਜਾਂ ਕਿਸ ਟਾਈਮ 'ਤੇ ਖੁੱਲ੍ਹਣਗੀਆਂ। ਇਹ ਉਸੇ ਤਰ੍ਹਾਂ ਸਟੈਗਰਿੰਗ ਦੇ ਨਾਲ ਖੁੱਲ੍ਹਣਗੀਆਂ ਸਾਰੀਆਂ, ਲੇਕਿਨ ਸਟੈਗਰਿੰਗ ਦੇ ਨਾਲ। ਜੇ ਇੱਕ ਬਾਹਰਲੀਆਂ ਵੱਡੀਆਂ ਸੜਕਾਂ ਤਾਂ ਇੱਕ ਸਾਈਡ ਇੱਕ ਦਿਨ ਖੁੱਲ੍ਹ ਰਹੀ ਹੈ, ਦੂਸਰੀ ਸਾਈਡ ਦੂਸਰੇ ਦਿਨ ਖੁੱਲ੍ਹ ਰਹੀ ਹੈ, ਜਾਂ ਭੀੜੇ ਬਾਜ਼ਾਰਾਂ ਜਿਹੜੇ ABC ਕੈਟਾਗਰੀ ਹੈ ਉਹਦੇ ਹਿਸਾਬ ਨਾਲ ਖੁੱਲ੍ਹ ਰਹੀ ਹੈ। ਇਹ ਇਸੇ ਤਰ੍ਹਾਂ ਹਾਲੇ ਜਾਰੀ ਰਹੇਗਾ ਜੀ, ਤਾਂ ਕਿ ਕਿਤੇ ਵੀ ਜ਼ਿਆਦਾ ਓਵਰ ਕਰਾਊਡਿੰਗ ਨਾ ਹੋਵੇ ਅਤੇ ਇਹ ਮਤਲਬ ਕਿਤੇ ਦਿੱਕਤ ਨਾ ਆਵੇ ਜੀ ਸਾਨੂੰ। ਇਸ ਦੇ ਨਾਲ ਹੀ ਜਿਹੜੇ ਰੈਸਟੋਰੈਂਟ ਈਟਰੀਜ਼ ਮੈਂ ਦੱਸ ਹੀ ਚੁੱਕਿਆ ਜੀ ਕਿ ਉਹ ਹੋਮ ਡਿਲੀਵਰੀ ਕਰ ਸਕਦੇ ਹੈਗੇ ਆ, ਅਤੇ ਉੱਥੇ ਇਨ ਡਾਈਨਿੰਗ ਉੱਥੇ ਅਲਾਊਡ ਨਹੀਂ ਹੋਏਗੀ ਜੀ। ਜਿਹੜੀਆਂ ਸ਼ਾਪਸ ਕੁਛ ਸਰਵਿਸਿਜ਼ ਦੇ ਰਹੀਆਂ ਹੈਗੀਆਂ ਜੀ, ਉਹਨਾਂ ਦੇ ਵਿੱਚੋਂ ਜਿਹੜੇ ਬਾਰਬਰ ਸ਼ਾਪਸ ਹੈਗੇ ਆ ਔਰ ਹੇਅਰ ਕਟਿੰਗ ਸਲੂਨ ਆ ਉਹ ਹੁਣ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਲੇਕਿਨ ਉਹ ਹੈਲਥ ਡਿਪਾਰਟਮੈਂਟ ਵੱਲੋਂ ਉਹਦੇ SOP ਜਾਰੀ ਕਰ ਰਹੇ ਆ, ਉਹਦੇ ਹਿਸਾਬ ਨਾਲ ਖੋਲ੍ਹੀ ਜਾਏਗੀ ਜੀ, ਉਹ ਉਸ ਤੋਂ ਇਲਾਵਾ ਨਹੀਂ ਖੋਲ੍ਹੀ ਜਾਏਗੀ ਜੀ। ਇਹਦੇ ਨਾਲ ਹੀ ਜੀ ਜਿਹੜੀਆਂ ਕੁਝ ਦੁਕਾਨਾਂ ਹੈਗੀਆਂ ਜਿਹੜੀਆਂ ਕਿ ਸਟੈਗਰਿੰਗ ਤੋਂ ਜਿਨ੍ਹਾਂ ਨੂੰ ਛੋਟ ਹੈ, ਜਿਹੜੀਆਂ ਕਿ ਰੋਜ਼ ਖੁੱਲ੍ਹ ਸਕਦੀਆਂ ਔਰ ਪੂਰਾ ਟਾਈਮ ਖੁੱਲ੍ਹ ਸਕਦੀਆਂ, ਜਿਹੜੀਆਂ ਦੁਕਾਨਾਂ ਐਸੈਂਸ਼ੀਅਲ ਗੁੱਡਸ ਨਾਲ ਡੀਲ ਕਰਦੀਆਂ ਜੀ, ਜਿਵੇਂ ਫੂਡ ਹੈ ਜੀ, ਗਰੋਸਰੀਜ਼ ਹੈ, ਮਿਲਕ ਹੈ, ਦਵਾਈਆਂ ਹੈ, ਇਹਨਾਂ ਦੇ ਉੱਤੇ ਇਹ ਸਟੈਗਰਿੰਗ ਜਾਂ ਰੋਟੇਸ਼ਨ ਨਹੀਂ ਲਾਗੂ ਹੋਏਗੀ, ਇਹ ਰੋਜ਼ ਖੁੱਲ੍ਹ ਸਕਦੀਆਂ ਹੈਗੀਆਂ ਜੀ। ਇਸ ਤੋਂ ਇਲਾਵਾ ਈਵਨ ਜਿਹੜੇ ਰੈਸਟੋਰੈਂਟਸ ਅਤੇ ਈਟਰੀਜ਼ ਹੈ ਜਿਨ੍ਹਾਂ ਨੇ ਹੋਮ ਡਿਲੀਵਰੀ ਕਰਨੀ ਹੈ ਉਹ ਵੀ ਰੋਜ਼ ਖੁੱਲ੍ਹ ਸਕਦੇ ਆ, ਉਹਨਾਂ ਦੇ ਉੱਤੇ ਵੀ ਇਹ ਜਿਹੜਾ ਰੋਟੇਸ਼ਨ ਦਾ ਹੈਗਾ ਸਿਸਟਮ ਜਾਂ ਸਟੈਗਰਿੰਗ ਦਾ ਉਹ ਲਾਗੂ ਨਹੀਂ ਹੋਏਗਾ ਜੀ। ਜਿਹੜੇ ਲਿਕਰ ਵੈਂਡਸ ਹੈਗੇ ਆ ਜੀ ਉਹ ਜਿਹੜੇ ਹੈਗੇ ਆ ਇਸ ਤੋਂ ਬਾਹਰ ਹੋਣਗੇ, ਉਹਨਾਂ 'ਤੇ ਜੋ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੀਆਂ ਇੰਸਟਰਕਸ਼ਨਸ ਹੋਣਗੀਆਂ ਉਸ ਦੇ ਹਿਸਾਬ ਨਾਲ ਉਹ ਖੋਲ੍ਹਣਗੇ, ਬੰਦ ਹੋਣਗੇ ਜੀ। ਜਿਹੜੇ ਵਰਕਸ਼ਾਪਸ ਹੈਗੀਆਂ ਜੀ, ਕੋਈ ਸਰਵਿਸ ਸੈਂਟਰਸ ਹੈਗੇ ਆ ਗੱਡੀਆਂ ਦੇ ਰਿਪੇਅਰ ਦੇ, ਹੋਰ ਉਹਨਾਂ ਦੇ ਉੱਤੇ ਵੀ ਜੀ ਇਹ ਜਿਹੜਾ ਸਟੈਗਰਿੰਗ ਵਾਲਾ ਜਾਂ ਜਿਹੜਾ ਆਲਟਰਨੇਟ ਡੇਜ਼ ਵਾਲਾ ਸਿਸਟਮ ਲਾਗੂ ਨਹੀਂ ਹੋਏਗਾ, ਉਹ ਰੋਜ਼ ਖੁੱਲ੍ਹ ਸਕਦੇ ਹੈਗੇ ਆ ਜੀ। ਈ-ਕਾਮਰਸ ਜਿਹੜਾ ਹੈਗਾ ਪਹਿਲਾਂ ਸਿਰਫ ਐਸੈਂਸ਼ੀਅਲ ਗੁੱਡਸ ਲਈ ਅਲਾਊਡ ਸੀਗਾ, ਹੁਣ ਸਾਰੇ ਗੁੱਡਸ ਦੇ ਲਈ ਅਲਾਉ ਹੋ ਗਿਆ, ਯਾਨੀ ਕਿ ਤੁਸੀਂ ਆਨਲਾਈਨ ਆਰਡਰਿੰਗ ਕਰਕੇ ਕੋਈ ਵੀ ਸਮਾਨ ਜਿਹੜਾ ਹੈਗਾ ਪਹਿਲਾਂ ਇਹ ਲੋਕਡਾਊਨ ਤੋਂ ਪਹਿਲਾਂ ਜੋ ਕੁਝ ਮੰਗਾ ਸਕਦੇ ਸੀਗੇ ਉਹ ਸਾਰਾ ਕੁਝ ਖੋਲ੍ਹ ਦਿੱਤਾ ਗਿਆ ਹੈਗਾ, ਤੁਸੀਂ ਬਾਕੀ ਨਾਨ ਐਸੈਂਸ਼ੀਅਲ ਆਈਟਮਸ ਵੀ ਮੰਗਾ ਸਕਦੇ ਹੋ ਜੀ। ਜਿੱਥੇ ਤੱਕ ਇੰਡਸਟਰੀਜ਼ ਦਾ ਸਵਾਲ ਹੈ ਜੀ ਜਾਂ ਫੈਕਟਰੀਜ਼ ਦਾ ਸਵਾਲ ਹੈ, ਤਾਂ ਉਹ ਰੂਰਲ ਏਰੀਆਜ਼ 'ਚ ਵੀ ਅਰਬਨ ਏਰੀਆਜ਼ 'ਚ ਵੀ ਸਾਰੀਆਂ ਇੰਡਸਟਰੀਜ਼ ਨੂੰ ਫੈਕਟਰੀਜ਼ ਨੂੰ ਚਲਾਉਣ ਦੀ ਆਗਿਆ ਹੈਗੀ ਆ, ਖੋਲ੍ਹ ਦਿੱਤੀਆਂ ਗਈਆਂ, ਔਰ ਉਹਨਾਂ ਨੂੰ ਇਹਦੇ ਵਾਸਤੇ ਚਲਾਉਣ ਵਾਸਤੇ ਕੋਈ ਸਪੈਸ਼ਲ ਪਰਮਿਸ਼ਨ ਜਾਂ ਪਾਸ ਲੈਣ ਦੀ ਲੋੜ ਨਹੀਂ ਹੋਏਗੀ, ਉਹ ਇਸੇ ਤਰ੍ਹਾਂ ਆਪਣਾ ਕੰਮ ਚਲਾ ਸਕਦੇ ਆ। ਹਾਂ, ਸ਼ਰਤ ਇੱਕੋ ਹੀ ਹੈ ਕਿ ਆਪਣੀ ਫੈਕਟਰੀ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ ਜੀ, ਉਹਨਾਂ ਨੇ ਸੈਨੀਟਾਈਜੇਸ਼ਨ ਕਰਕੇ ਰੱਖਣੀ ਹੈ ਜੀ, ਮਾਸਕ ਪਵਾ ਕੇ ਰੱਖਣੇ ਹੈ ਜੀ, ਲੇਕਿਨ ਵੱਖਰੀ ਪਰਮਿਸ਼ਨ ਲੈਣ ਦੀ ਉਹਨਾਂ ਨੂੰ ਲੋੜ ਨਹੀਂ ਹੋਏਗੀ ਜੀ। ਇਸ ਤੋਂ ਇਲਾਵਾ ਜੀ ਜਿਹੜੇ ਕੰਸਟਰਕਸ਼ਨ ਐਕਟੀਵਿਟੀ ਆ ਉਹ ਪਹਿਲਾਂ ਰੂਰਲ ਏਰੀਆ 'ਚ ਖੋਲ੍ਹੀ ਗਈ ਸੀ ਔਰ ਅਰਬਨ 'ਚ ਕੁਝ ਏਰੀਆ 'ਚ ਖੋਲ੍ਹੀ ਗਈ ਸੀ, ਹੁਣ ਉਹ ਸ਼ਰਤਾਂ ਉਠਾ ਲਈਆਂ ਗਈਆਂ। ਜਿੰਨੀਆਂ ਵੀ ਜਾਇਜ਼ ਲੀਗਲ ਕੰਸਟਰਕਸ਼ਨ ਐਕਟੀਵਿਟੀ ਹੈ, ਭਾਵੇਂ ਨਵੀਂ ਹੈ ਭਾਵੇਂ ਆਨਗੋਇੰਗ ਹੈ, ਉਹ ਸਾਰੀ ਦੀ ਸਾਰੀ ਕੀਤੀ ਜਾ ਸਕਦੀ ਹੈ, ਭਾਵੇਂ ਪੇਂਡੂ ਇਲਾਕਾ ਭਾਵੇਂ ਸ਼ਹਿਰੀ ਇਲਾਕਾ, ਦੋਵੇਂ ਜਗ੍ਹਾ ਇਹ ਅਲਾਊਡ ਹੈ। ਕੁਝ ਜਿਹੜੀਆਂ ਐਕਟੀਵਿਟੀ ਐਗਰੀਕਲਚਰ ਨਾਲ ਰਿਲੇਟਡ ਹੈ ਜੀ, ਜਿਸ ਤਰ੍ਹਾਂ ਕਿ ਭਾਵੇਂ ਐਗਰੀਕਲਚਰ ਹੈ ਜੀ, ਭਾਵੇਂ ਹਾਰਟੀਕਲਚਰ ਹੈ ਜੀ, ਭਾਵੇਂ ਐਨੀਮਲ ਹਸਬੈਂਡਰੀ ਹੈ ਜੀ, ਭਾਵੇਂ ਵੈਟਰਨਰੀ ਸਰਵਿਸਿਜ਼ ਹੈ, ਇਹ ਸਾਰੇ ਦੀਆਂ ਸਾਰੀਆਂ ਅਲਾਊਡ ਹੈਗੀਆਂ ਜੀ, ਇਹਨਾਂ 'ਤੇ ਕੋਈ ਪਾਬੰਦੀ ਨਹੀਂ ਹੋਏਗੀ ਜੀ। ਇਸ ਤੋਂ ਇਲਾਵਾ ਜੀ ਜਿਹੜੇ ਸਾਡੇ ਸਪੋਰਟਸ ਕੰਪਲੈਕਸਿਸ ਔਰ ਸਟੇਡੀਅਮਸ ਹੈਗੇ ਆ,
ਜਿਵੇਂ ਸਟੇਡੀਅਮ ਹੈ ਜਾਂ ਪਲੇ ਗਰਾਊਂਡਸ ਹੈਗੇ ਆ ਜਿੱਥੇ ਸਪੋਰਟਸਮੈਨ ਨੇ ਜਾ ਕੇ ਪ੍ਰੈਕਟਿਸ ਕਰਨੀ ਹੁੰਦੀ ਹੈ, ਉਹ ਉਹਨਾਂ ਲਈ ਖੋਲ੍ਹ ਦਿੱਤੇ ਗਏ ਹਾਂ। ਲੇਕਿਨ ਉੱਥੇ ਆਡੀਅנס ਨਹੀਂ ਇਕੱਠੀ ਹੋ ਸਕਦੀ। ਇਹ ਨਹੀਂ ਵੀ ਉੱਥੇ ਕੋਈ ਮੈਚ ਰੱਖ ਲਿਆ ਅਤੇ ਉੱਥੇ 2000-3000 ਬੰਦਾ ਇਕੱਠਾ ਕਰ ਲਿਆ, ਆਡੀਅנס ਅਲਾਊਡ ਨਹੀਂ ਹੋਏਗੀ। ਲੇਕਿਨ ਜਿਹੜੇ ਸਪੋਰਟਸਮੈਨ ਹੈਗੇ ਆ ਆਪਣੀ ਜਾ ਕੇ ਪ੍ਰੈਕਟਿਸ ਵਗੈਰਾ ਕਰਨਾ ਚਾਹੁੰਦੇ ਆ ਜੀ, ਉੱਥੇ ਖੇਲਣਾ ਚਾਹੁੰਦੇ ਆ, ਉਹ ਸਟੇਡੀਅਮਸ ਦੇ ਵਿੱਚ ਜਾ ਕੇ ਸਪੋਰਟਸ ਕੰਪਲੈਕਸਿਸ ਦੇ ਵਿੱਚ ਜਾ ਕੇ ਕਰ ਸਕਦੇ ਆ। ਸਿਰਫ ਔਰ ਸਿਰਫ ਜਿਹੜੇ ਸਵਿਮਿੰਗ ਪੂਲਸ ਹੈਗੇ ਆ ਉਹ ਅਲਾਊਡ ਨਹੀਂ ਹੈਗੇ ਜੀ। ਸਵਿਮਿੰਗ ਪੂਲ ਕੋਈ ਵੀ ਅਲਾਊਡ ਨਹੀਂ ਹੈਗਾ ਜੀ, ਕਿਉਂਕਿ ਉੱਥੇ ਉਹ ਫੈਲਣ ਦਾ। ਜਿੱਥੇ ਤੱਕ ਦਫ਼ਤਰਾਂ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ ਜੀ, ਇਹ ਦਫ਼ਤਰ ਸਾਰੇ ਦੇ ਸਾਰੇ ਖੁੱਲ੍ਹ ਸਕਦੇ ਹੈਗੇ ਆ 50% ਸਟਾਫ ਦੇ ਨਾਲ, ਐਕਸੈਪਟ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਵਾਲੇ ਆ ਉੱਥੇ ਫੁੱਲ ਸਟਾਫ ਵੀ ਆ ਸਕਦਾ। ਬੈਂਕਸ ਦਾ ਟਾਈਮ ਉਹੀ ਰਹੇਗਾ ਜੀ, 9 ਤੋਂ 1 ਵਜੇ ਤੱਕ ਪਬਲਿਕ ਡੀਲਿੰਗ ਅਲਾਊਡ ਹੈ। ਔਰ ਲੇਕਿਨ ਆਪਣਾ ਇੰਟਰਨਲ ਵਰਕਿੰਗ ਦੇ ਲਈ ਉਹ 1 ਵਜੇ ਤੋਂ ਬਾਅਦ ਵੀ ਬੈਂਕ ਨੂੰ ਖੁੱਲ੍ਹਾ ਰੱਖ ਸਕਦੇ ਹੈਗੇ ਆ ਜੀ। ਜਿਹੜੇ ਆਫਿਸਿਸ ਦੇ ਵਿੱਚ ਪਬਲਿਕ ਡੀਲਿੰਗ ਹੈ ਜੀ, ਉਹਨਾਂ ਲਈ ਖਾਸ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਉੱਥੇ ਸੋਸ਼ਲ ਡਿਸਟੈਂਸਿੰਗ ਉਹਨਾਂ ਨੇ ਮੇਨਟੇਨ ਕਰਨੀ ਹੈ। ਭਾਵੇਂ ਵਿਸ਼ੇਸ਼ ਤੌਰ 'ਤੇ ਕਿਸੇ ਬੰਦੇ ਦੀ ਡਿਊਟੀ ਲਗਾਉਣ ਜਿਹੜੇ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ 'ਤੇ ਲੱਗੇ ਹੋਣ, ਔਰ ਉਹਨਾਂ ਨੇ ਬਕਾਇਦਾ ਉੱਥੇ ਮਾਰਕਿੰਗ ਲਾਈ ਹੋਵੇ ਲੋਕਾਂ ਦੇ ਖੜੇ ਹੋਣ ਵਾਸਤੇ, ਤਾਂ ਕਿ ਇੰਨੇ ਫਾਸਲੇ 'ਤੇ ਲੋਕ ਖੜੇ ਹੋਣ। ਇਸ ਚੀਜ਼ ਨੂੰ ਇਨਸ਼ੋਰ ਕਰਨਾ ਜਿਹੜਾ ਹੈ ਬਹੁਤ ਜ਼ਰੂਰੀ ਹੈ। ਜੇ ਕਿਸੇ ਦਫ਼ਤਰ ਦੇ ਵਿੱਚ ਉਹ ਨਹੀਂ ਮੇਨਟੇਨ ਕਰ ਸਕਦੇ ਤਾਂ ਭਾਵੇਂ ਉਸ ਦਿਨ ਦੇ ਲਈ ਉਹਨਾਂ ਨੂੰ ਦਫ਼ਤਰ ਬੰਦ ਕਰਨਾ ਪਵੇ ਤਾਂ ਬੰਦ ਕਰਨ, ਲੇਕਿਨ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਆ ਉਸ ਨੂੰ ਜ਼ਰੂਰ ਮੇਨਟੇਨ ਕਰਨ। ਉਹਦੇ ਵਿੱਚ ਕੋਈ ਟੋਕਨ ਸਿਸਟਮ ਉਹਨਾਂ ਨੇ ਲਗਾਉਣਾ ਹੈਗਾ ਉਹ ਲਗਾਉਣ ਜੀ, ਕੋਈ ਸਰਕਲਸ ਜ਼ਮੀਨ 'ਤੇ ਵਾਹਣੇ ਹੈਗੇ ਜੀ ਉਹ ਕਰਨ ਜੀ, ਮਤਲਬ ਜਾਂ ਪਬਲਿਕ ਡੀਲਿੰਗ ਜੇ ਕੁਛ ਦੇਰ ਲਈ ਬੰਦ ਕਰਨੀ ਪਵੇ ਤਾਂ ਉਹ ਵੀ ਕਰਨ ਜੀ, ਲੇਕਿਨ ਸੋਸ਼ਲ ਡਿਸਟੈਂਸਿੰਗ ਜ਼ਰੂਰ ਮੇਨਟੇਨ ਕਰਨ। ਬਾਕੀ ਇਹ ਸਾਰੇ ਆਫਿਸਰਸ ਨੂੰ ਇਹੀ ਹੈ ਜੀ ਕਿ ਐਡਵਾਈਜ਼ਰੀ ਕਿ ਕੋਸ਼ਿਸ਼ ਕਰਨ ਕਿ ਜਿੰਨੇ ਵੱਧ ਤੋਂ ਵੱਧ ਉਹਨਾਂ ਦਾ ਸਟਾਫ ਵਰਕ ਫਰੋਮ ਹੋਮ ਕਰ ਸਕਦਾ ਉਹਨਾਂ ਸਾਰਿਆਂ ਨੂੰ ਵਰਕ ਫਰੋਮ ਹੋਮ ਕਰਵਾਉਣ ਜੀ। ਇਸ ਦੇ ਨਾਲ ਹੀ ਜੀ ਜਿਹੜੇ ਕੁਛ ਹੈਗੇ ਆ ਜੀ ਨੈਸ਼ਨਲ ਡਾਇਰੈਕਟਿਵਸ ਹੈਗੇ ਆ ਉਹ ਸਾਰੇ ਲਾਗੂ ਹੋਣਗੇ, ਜਿਹੜੇ SOPs ਆ ਉਹ ਵੀ ਲਾਗੂ ਹੋਣਗੇ ਜੀ। ਇਹਦੇ ਨਾਲ ਇਹ ਜਿਹੜੀਆਂ ਸਾਰੀਆਂ ਹਦਾਇਤਾਂ ਜੀ ਇਹ ਅੱਜ ਤੋਂ ਸਾਰੀਆਂ ਲਾਗੂ ਹੋ ਚੁੱਕੀਆਂ ਹੈਗੀਆਂ ਜੀ। ਔਰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਜੀ ਆਪਾਂ ਬਿਲਕੁਲ ਮੂਵਮੈਂਟ ਨਹੀਂ ਕਰਨੀ ਜੀ, ਅਨਲੈਸ ਕੋਈ ਐਮਰਜੈਂਸੀ ਹੈਗੀ ਹੈ, ਕੋਈ ਮੈਡੀਕਲ ਐਮਰਜੈਂਸੀ ਹੈ, ਕੋਈ ਹੈਲਥ ਐਮਰਜੈਂਸੀ ਹੈ। ਹਾਂ, ਇਹ ਜਿਹੜੀਆਂ ਹੈਗੀਆਂ ਜਿਹੜੇ ਡਿਪਾਰਟਮੈਂਟਸ ਐਮਰਜੈਂਸੀ ਸਰਵਿਸਿਜ਼ 'ਤੇ ਹੈਗੇ ਆ ਜੀ, ਡਾਕਟਰਸ ਹੈ, ਨਰਸਿਸ ਹੈ, ਪੈਰਾਮੈਡੀਕਲ ਸਟਾਫ ਹੈ ਜੀ, ਕਾਰਪੋਰੇਸ਼ਨ ਦਾ ਸੈਨੀਟੇਸ਼ਨ ਸਟਾਫ ਹੈ ਜੀ, ਪੁਲਿਸ ਹੈ ਜੀ, ਮੈਜਿਸਟ੍ਰੇਟਸ ਹੈਗੇ ਜੀ, ਉਹਨਾਂ ਦਾ ਸਟਾਫ ਹੈ। ਜਿਹੜੇ ਵੀ ਐਮਰਜੈਂਸੀ ਡਿਊਟੀਜ਼ 'ਤੇ ਹੈਗੇ ਆ ਔਰ ਕੋਵਿਡ-19 ਰਿਲੇਟਿਡ ਡਿਊਟੀਜ਼ ਆ ਉਹਨਾਂ 'ਤੇ ਇਹ ਸ਼ਰਤਾਂ ਲਾਗੂ ਨਹੀਂ ਹੋਣਗੀਆਂ, ਉਹ 24/7 ਚੱਲ ਸਕਦੇ ਆ। ਜਿਹੜੀ ਗੁੱਡਸ ਟਰਾਂਸਪੋਰਟ ਹੈ ਜੀ ਇਹ ਵੀ 24 ਘੰਟੇ ਚੱਲ ਸਕਦੀ ਹੈ। ਟਰੱਕਸ ਹੈਗੇ ਆ ਜਿਹੜੇ ਸਮਾਨ ਲੈ ਕੇ ਆਉਂਦੇ ਆ, ਭਾਵੇਂ ਐਸੈਂਸ਼ੀਅਲ ਗੁੱਡਸ ਆ ਭਾਵੇਂ ਟ੍ਰੇਡ ਦੇ ਗੁੱਡਸ ਆ, ਕੋਈ ਵੀ ਸਮਾਨ ਹੈ ਉਹ ਲੈ ਕੇ ਆ ਸਕਦੇ ਆ। ਔਰ ਈਵਨ ਜਿਹੜੇ ਖਾਲੀ ਟਰੱਕ ਹੈ ਸਮਾਨ ਉਤਾਰ ਕੇ ਵਾਪਸ ਜਾ ਰਹੇ ਆ ਉਹ ਵੀ 24 ਘੰਟੇ ਉਹਨਾਂ ਨੂੰ ਚੱਲਣ ਦੀ ਆਗਿਆ ਹੋਏਗੀ, ਉਹ ਕਿਸੇ ਵੇਲੇ ਵੀ ਚੱਲ ਸਕਦੇ ਹੈਗੇ ਆ ਜੀ। ਇਹਦੇ ਨਾਲ ਹੀ ਜੀ ਮੈਂ ਜਿਹੜੀਆਂ ਕੁਛ ਹੈਗੀ ਆ ਕਿ ਕਿਸ ਤਰ੍ਹਾਂ ਕੋਈ ਮਨਭਾਗੀ ਗੱਲ ਹੋ ਜਾਂਦੀ ਹੈ ਜੀ, ਕਿਸੇ ਦੀ ਡੈਥ ਹੋ ਜਾਂਦੀ ਹੈ, ਉਹਦਾ ਸੰਸਕਾਰ ਹੈ ਕਰਨਾ, ਤਾਂ ਉੱਥੇ ਜੀ 20 ਤੋਂ ਵੱਧ ਬੰਦੇ ਨਾ ਇਕੱਠੇ ਕੀਤੇ ਜਾਣ। ਇਸ ਤੋਂ ਮਤਲਬ ਟੋਟਲ ਤਾਂ ਇਕੱਠ ਨਾ ਕੀਤਾ ਜਾਵੇ ਔਰ ਸੋਸ਼ਲ ਡਿਸਟੈਂਸਿੰਗ ਉੱਥੇ ਵੀ ਮੇਨਟੇਨ ਕੀਤੀ ਜਾਵੇ ਜੀ। ਸੋ ਇਹ ਕੁਝ ਗੱਲਾਂ ਜੀ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਭਾਵੇਂ ਕਰਫਿਊ ਹਟ ਗਿਆ ਹੈਗਾ, ਦਿਨ ਦਾ ਰਾਤ ਦਾ ਹੈਗਾ, ਲੋਕਡਾਊਨ ਹੈਗਾ, ਕਰਫਿਊ ਭਾਵੇਂ ਚਲਾ ਗਿਆ ਜੀ, ਲੇਕਿਨ ਕਰੋਨਾ ਵਾਇਰਸ ਕਿਤੇ ਨਹੀਂ ਗਿਆ, ਇੱਥੇ ਹੀ ਹੈਗਾ। ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹ ਜਿਹੜੇ ਲੋਕਡਾਊਨ ਦਾ ਜਾਂ ਕਰਫਿਊ ਲੱਗੇ ਜੀ ਇਹ ਬੇਸਿਕਲੀ ਇਸ ਕਰਕੇ ਲੱਗੇ ਕਿ ਅਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਚੇਂਜ ਲਿਆਈਏ, ਇੱਕ ਬਦਲਾਵ ਲਿਆਈਏ, ਇੱਕ ਨਵੇਂ ਜ਼ਮਾਨੇ ਦਾ ਜੋ ਇਸ ਵਕਤ ਦੀ ਲੋੜ ਹੈ, ਵਕਤ ਦਾ ਤਕਾਜ਼ਾ, ਉਸ ਦੇ ਮੁਤਾਬਕ ਆਪਣੇ ਆਪ ਨੂੰ ਢਾਲੀਏ। ਕਿਉਂਕਿ ਆਪਣੇ ਜਾਨ ਨਾਲੋਂ ਤਾਂ ਕੁਝ ਕੀਮਤੀ ਨਹੀਂ ਹੁੰਦਾ ਜੀ। ਤੁਹਾਡੀ ਸਾਰਿਆਂ ਦੀ, ਤੁਹਾਡੇ ਪਰਿਵਾਰ ਦੀ, ਆਂਢ ਗੁਆਂਢ ਦੀ, ਸਾਰੇ ਸਮਾਜ ਦੀ ਜਿਹੜੀ ਹੈ ਸਿਹਤ ਦਾ ਧਿਆਨ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਹੈ ਜੀ। ਇਹ ਸੋਸ਼ਲ ਡਿਸਟੈਂਸਿੰਗ ਹੀ ਇੱਕ ਇਲਾਜ ਹੈ ਇਸ ਦਾ। ਔਰ ਮਾਸਕ ਪਾਏ ਬਿਨਾਂ ਪਬਲਿਕ ਦੇ ਵਿੱਚ ਬਿਲਕੁਲ ਨਹੀਂ ਆਉਣਾ ਜੀ। ਔਰ ਪਬਲਿਕ ਦੇ ਵਿੱਚ ਸਪਿਟਿੰਗ ਜਾਂ ਥੁੱਕਣਾ ਬਿਲਕੁਲ ਉਹਦੀ ਪਾਬੰਦੀ ਹੈ ਔਰ ਇਸ ਦੇ ਉੱਤੇ ਜੁਰਮਾਨਾ, ਇਹ ਜਿਹੜਾ ਇਸ ਦੇ ਉੱਤੇ ਜੁਰਮਾਨਾ ਲੱਗੇਗਾ ਜਿਵੇਂ ਜਿਵੇਂ ਗਵਰਨਮੈਂਟ ਦੀਆਂ ਹਦਾਇਤਾਂ ਆ ਰਹੀਆਂ ਹੈਗੀਆਂ ਉਸ ਦੇ ਹਿਸਾਬ ਨਾਲ ਇਹ ਪਨਿਸ਼ੇਬਲ ਹੋਏਗਾ ਜੀ ਔਰ ਫਾਈਨ ਦੇ ਉੱਤੇ ਲੱਗੇਗਾ। ਇਸ ਕਰਕੇ ਇਹੋ ਜਿਹੀ ਕੋਈ ਆਪਾਂ ਗੱਲ ਨਹੀਂ ਕਰਨੀ ਜਿਸ ਦੇ ਨਾਲ ਕਿ ਖੁਦ ਦੀ, ਆਪਣੇ ਪਰਿਵਾਰ ਦੀ, ਆਪਣੇ ਬਾਕੀ ਸਾਥੀਆਂ ਦੀ ਔਰ ਸਾਡੇ ਬਾਕੀ ਫੈਲੋ ਸਿਟੀਜ਼ਨਸ ਦੀ, ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋਵੇ।
ਸੋ ਇਹ ਜਿੱਥੇ ਜਿੱਥੇ ਜਿਵੇਂ ਖੁੱਲ੍ਹ ਮਿਲਦੀ ਜਾ ਰਹੀ ਹੈ ਜੀ, ਉਹਦੇ ਨਾਲ ਹੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਵੱਧਦੀ ਜਾ ਰਹੀ ਹੈ। ਔਰ ਅਸੀਂ ਇਹ ਸਾਰਿਆਂ ਨੇ ਸਾਬਤ ਕਰਨਾ ਕਿ ਅੰਮ੍ਰਿਤਸਰ ਵਾਲੇ ਇੰਨੇ ਜ਼ਿੰਮੇਵਾਰ ਹੈਗੇ ਆ, ਇੰਨੇ ਸਿਆਣੇ ਹੈਗੇ ਆ ਕਿ ਉਹ ਇਸ ਜਿਹੜੀ ਉਹਨਾਂ ਦੇ ਉੱਤੇ ਇਹ ਭਰੋਸਾ ਕੀਤਾ ਗਿਆ। ਔਰ ਜਿਹੜੇ ਡਿਸਟ੍ਰਿਕਟਸ ਜਿਨ੍ਹਾਂ 'ਚ ਕਿ ਅੱਗੋਂ ਕਿਤੇ ਘੱਟ ਨੰਬਰ ਸੀ, ਉੱਥੇ ਇੰਨੀਆਂ ਖੋਲਾਂ ਨਹੀਂ ਦਿੱਤੀਆਂ ਗਈਆਂ, ਇੱਥੇ ਦਿੱਤੀਆਂ ਗਈਆਂ। ਤਾਂ ਅਸੀਂ ਉਸ ਦੇ ਵਰਦੀ ਹੈਗੇ ਆ, ਅਸੀਂ ਇਹ ਡਿਜ਼ਰਵ ਕਰਦੇ ਹਾਂ ਔਰ ਅਸੀਂ ਆਪਣੀ ਰਿਸਪੌਂਸਿਬਿਲਿਟੀ ਸਮਝਦੇ ਹੋਏ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਾਂਗੇ ਜੀ। ਪਬਲਿਕ ਦੇ ਵਿੱਚ ਜਾਂ ਕਿਸੇ ਪਬਲਿਕ ਪਲੇਸ ਜਾਂ ਦਫ਼ਤਰ ਦੇ ਵਿੱਚ ਜਾਂ ਦੁਕਾਨ ਦੇ ਉੱਤੇ ਮਾਸਕ ਪਾਏ ਬਿਨਾਂ ਨਹੀਂ ਜਾਵਾਂਗੇ ਜੀ। ਔਰ ਬਿਨਾਂ ਮਤਲਬ ਜੀ ਬਾਹਰ ਨਿਕਲਣ ਦਾ ਸਮਾਂ ਨਹੀਂ ਹੈਗਾ ਹਾਲੇ ਵੀ, ਭਾਵੇਂ ਕਾਨੂੰਨਨ ਤੌਰ 'ਤੇ ਅਲਾਓ ਹੋ ਗਿਆ ਜੀ ਤੁਹਾਨੂੰ ਦਿਨੇ ਆਉਣਾ ਬਾਹਰ, ਲੇਕਿਨ ਮੇਰੀ ਫਿਰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਹੈਗਾ, ਕਿਤੇ ਨਹੀਂ ਜਾਣ ਦੀ ਲੋੜ ਹੈ, ਤਾਂ ਆਪਣੇ ਆਪਣੇ ਘਰ ਦੇ ਵਿੱਚ ਰਹੀਏ ਔਰ ਸਾਰਿਆਂ ਨੂੰ ਸੁਰੱਖਿਅਤ ਰੱਖੀਏ। ਬਹੁਤ ਬਹੁਤ ਧੰਨਵਾਦ।